कह रहे ने कि राम मैया हों बारक तेरा, काहे ना खंडस अवगन मेरा। ਹੁਣ एक बच्चा है, बार बार गलतियां करे, माँ ਉਹਦੇ ਸਮਕਸ਼ ਖੜੀ ਹੋ ਕੇ ਉਹਨੂੰ ਬਾਰ-ਬਾਰ ਸਮਝਾਵੇ ਕਿ ਤੂੰ ਇਹ ਗਲਤੀ ਕਰਦਾ ਹੈ, ਗਲਤੀ ਕਰਦਾ ਹੈ। ਔਰ ਜੇ ਉਹ ਜੀਵ, ਉਹ ਬੱਚਾ ਮਾਤਾ ਪਿਤਾ ਦੇ ਸਮਕਸ਼ ਆਪਣੀ ਗਲਤੀ ਮੰਨੇ ਹੀ ਨਾ, ਉਹ ਕਰਦਾ ਵੀ ਰਵੇ ਔਰ ਆਪਣੀ ਭੁੱਲ ਮੰਨੇ ਨਾ, ਗਲਤੀ ਮੰਨੇ ਨਾ, ਦੁਸ਼ਕਰਮ ਜੋ ਹੋਇਆ ਨਾ ਮੰਨੇ, ਤੇ ਮਾਤਾ ਪਿਤਾ ਲੱਖ ਜ਼ੋਰ ਲਾਈ ਜਾਣ, ਦੁਨੀਆ ਲੱਖ ਜ਼ੋਰ ਲਾਈ ਜਾਵੇ, ਉਹ ਬੱਚਾ ਨਹੀਂ ਮੰਨੇਗਾ। ਉਹ ਕਹੇਗਾ ਨਹੀਂ। ਉਹ ਤਾਂ ਕਹੇਗਾ ਜਾਂ ਉਹ ਜੋ ਗਲਤੀ ਕਰ ਰਿਹਾ ਹੈ ਉਹਨੂੰ ਉਸ ਗਲਤੀ ਦੀ ਸਮਝ ਨਹੀਂ, ਜਾਂ ਉਹ ਮੁੱਕਰ ਰਿਹਾ ਹੈ, ਉਹ ਮੰਨਣਾ ਨਹੀਂ ਚਾਹੁੰਦਾ ਮੈਂ ਗਲਤੀ ਕੀਤੀ ਹੈ। ਅਤੇ ਮਾਤਾ ਪਿਤਾ ਜ਼ੋਰ ਲਾਉਂਦੇ ਨੇ, ਸਮਝਾਉਂਦੇ ਨੇ ਕਿ ਦੇਖ ਤੂੰ ਇੱਥੇ ਗਲਤ ਹੈ, ਇੱਥੇ ਗਲਤੀ ਕੀਤੀ। ਅਤੇ ਉਸ ਅਵਸਥਾ ਦੇ ਵਿੱਚ ਜਾਂ ਬੱਚਾ ਉੱਚੀ ਉੱਚੀ ਮਾਤਾ ਪਿਤਾ ਦੇ ਸਮਕਸ਼ ਬੋਲਣ ਲੱਗ ਜਾਏਗਾ, ਰੌਲਾ ਪਾਉਣ ਲੱਗ ਜਾਏਗਾ, ਮਾੜਾ ਚੰਗਾ ਬੋਲਣ ਲੱਗ ਜਾਂਦਾ, ਮੰਨੇਗਾ ਨਹੀਂ। ਜਾਂ ਬੱਚਾ ਰੋਣ ਲੱਗ ਜਾਏਗਾ, ਅੰਦਰੋਂ ਮੰਨ ਲੇਗਾ ਪਰ ਬੋਲਣ ਵਿੱਚ ਨਹੀਂ ਆਏਗਾ, ਰੋਈ ਜਾਏਗਾ। ਜਾਂ ਇੱਕ ਬੱਚਾ ਉਹ ਹੈ ਜੋ ਰੋਣ ਤੋਂ ਬਾਅਦ ਆਪਣੀ ਗਲਤੀ ਮੰਨ ਲਏਗਾ, ਜਾਂ ਇੱਕ ਉਹ ਹੈ ਜਿਹੜਾ ਗਲਤੀ ਕਰਦੇ ਹੋਏ ਫੜਿਆ ਗਿਆ ਅਤੇ ਉਹ ਲੰਬੀ ਗੱਲ ਨਾ ਲਿਜਾਣ ਦੀ ਬਜਾਏ ਪਹਿਲਾਂ ਹੀ ਕਹਿ ਦੇਗਾ ਕਿ ਹਾਂ ਮੇਰੇ ਤੋਂ ਗਲਤੀ ਹੋਈ। ਅਤੇ ਹੁਣ ਉਹ ਜਿਹੜਾ ਕਹਿੰਦਾ ਹੈ ਕਿ ਮੇਰੇ ਤੋਂ ਗਲਤੀ ਹੋਈ, ਉਸ ਤੋਂ ਬਾਅਦ ਵੀ ਉਹ ਜੀਵ ਦੇ ਵਿੱਚ ਦੋ ਗੱਲਾਂ ਹੁੰਦੀਆਂ, ਹਾਂ ਮੇਰੇ ਤੋਂ ਗਲਤੀ ਹੋਈ ਮੈਨੂੰ ਬਖਸ਼ ਦਿਓ, ਜਾਂ ਹਾਂ ਮੇਰੇ ਤੋਂ ਗਲਤੀ ਹੋਈ ਜੋ ਕਰਨਾ ਕਰ ਲਓ। ਇਹ ਅਵਸਥਾਵਾਂ ਨੇ ਬੱਚੇ ਦੀਆਂ ਗਲਤੀ ਕਰਨ ਤੋਂ ਬਾਅਦ। ਇਹੀ ਸਾਡੇ ਜੀਵਨ ਦੇ ਵਿੱਚ ਉਮਰ ਪਾ ਕੇ ਜਦੋਂ ਅਸੀਂ ਹੋਰ ਅਗਾਂਹ ਜਾਂਦੇ ਹਾਂ, ਉਮਰ ਵੱਧਦੀ ਹੈ, ਇਹ ਆਦਤ ਸਾਡੀ ਪੱਕਣ ਲੱਗ ਜਾਂਦੀ ਹੈ। ਅਸੀਂ ਗਲਤੀ ਕਰਦੇ ਹਾਂ, ਕਿਸੇ ਜੀਵ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਭੈਣ ਭਰਾ, ਸੱਜਣ ਮਿੱਤਰ, ਰਿਸ਼ਤੇ ਨਾਤੇ, ਦੋਸਤ, ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀਵ ਤੂੰ ਇਹ ਗਲਤੀ ਕੀਤੀ। ਅਤੇ ਸਾਡੇ ਵਰਗੇ ਜੀਵਾਂ ਦੇ ਕੋਲ ਇਹੀ ਗੱਲ ਆਉਂਦੀ ਹੈ, ਜਾਂ ਅਸੀਂ ਮੰਨਾਂਗੇ ਨਹੀਂ, ਕਾਰਨ ਕਿ ਸਾਨੂੰ ਉਹ ਗਲਤੀ ਸਮਝ ਨਹੀਂ ਲੱਗਦੀ ਹੈ ਕਿ ਅਸੀਂ ਇਹ ਗਲਤੀ ਕਰ ਰਹੇ ਹਾਂ, ਜਾਂ ਗਲਤੀ ਕੀਤੀ ਅਸੀਂ ਮੰਨਣਾ ਨਹੀਂ ਚਾਹੁੰਦੇ, ਕਾਰਨ ਕਿ ਅਸੀਂ ਕਿਸੇ ਦੇ ਹੇਠਾਂ ਨਹੀਂ ਲੱਗਣਾ ਚਾਹੁੰਦੇ, ਅਸੀਂ ਗਲਤੀ ਕਰਕੇ ਨਹੀਂ ਮੰਨਦੇ, ਨਹੀਂ ਕੀਤੀ। ਜਾਂ ਉਹੀ ਗੱਲ ਜੇ ਗਲਤੀ ਫੜੀ ਵੀ ਜਾਵੇ ਤਾਂ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਓ, ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦਾ ਜੀਵ। ਜਾਂ ਫਿਰ ਭੀਤਰ ਬੈਠਾ, ਇਕੱਲੇ ਬੈਠਾ ਜੀਵ ਰੋਏਗਾ, ਪਰ ਉਹ 'ਚ ਹਿੰਮਤ ਨਹੀਂ ਹੋਏਗੀ ਕਿ ਮੈਂ ਕਿਸੇ ਦੇ ਸਮਕਸ਼, ਜਿਹਦੇ ਕੋਲੋਂ ਮੈਂ ਆਪਣੀ ਗਲਤੀ ਕੀਤੀ, ਜਿਹਦੇ ਜੀਵਨ ਦੇ ਵਿੱਚ, ਕਿ ਮੈਂ ਉਹਦੇ ਸਮਕਸ਼ ਜਾ ਕੇ ਮੰਨ ਲਵਾਂ। ਜਾਂ ਫਿਰ ਉਹ ਹੋਏਗਾ ਕਿ ਹਾਂ ਮੰਨ ਤੇ ਲਈ, ਤੇ ਕੋਈ ਨਹੀਂ, ਭੁੱਲ ਹੋ ਗਈ, ਮਾਫ ਕਰ ਦੇ, ਚੱਲ ਅੱਗੇ ਤੁਰੀਏ। ਜਾਂ ਹੋਈ ਹੈ ਭੁੱਲ, ਕਰ ਲੈ ਕੀ ਕਰਨਾ। ਅਤੇ ਸਭ ਤੋਂ ਅਹਿਮ ਅਵਸਥਾ ਉਹ ਜਿਹਦੇ ਵਿੱਚ ਜੀਵ ਨੇ ਆਭਾਸ ਕਰ ਲਿਆ, ਉਹ ਰੋਇਆ ਵੀ, ਰੁਦਨ ਵੀ ਹੋਇਆ, ਔਰ ਰੁਦਨ ਹੋਣ ਤੋਂ ਬਾਅਦ ਉਹ ਜੀਵ ਦੇ ਸਮਕਸ਼ ਜਾ ਕੇ ਇੱਕ ਵਾਰ ਨਹੀਂ, ਬਾਰ ਬਾਰ ਆਪਣੀ ਭੁੱਲ ਬਖਸ਼ਵਾਵੇ, ਜਦੋਂ ਤੱਕ ਅੰਦਰੋਂ ਉਹਨੂੰ ਆਪਣੇ ਭੀਤਰ ਤੋਂ ਚੈਨ ਨਾ ਪੈ ਜਾਵੇ ਕਿ ਹਾਂ। ਇਹੋ ਜਿਹੀ ਅਵਸਥਾ ਸਾਡੇ ਜੀਵਨ 'ਚ ਕਦੋਂ ਆ ਸਕਦੀ ਹੈ? ਕਦੋਂ ਆਏਗੀ? ਕਦੀ ਨਹੀਂ ਆ ਸਕਦੀ, ਜੀਵਨ ਦੇ ਵਿੱਚ ਨਹੀਂ ਆ ਸਕਦੀ।
ਆਪਣੇ ਆਪ ਦਾ ਆਭਾਸ ਕਰਕੇ ਦੇਖੀਏ। ਜਿਵੇਂ ਪਹਿਲਾਂ ਵੀ ਸਮਝਾਇਆ ਗਿਆ ਕਿ ਇੱਕ ਜੀਵ ਜੋ ਜੀਵਨ 'ਚ ਕਹੇ ਮੈਂ ਕਦੀ ਗਲਤੀ ਨਹੀਂ ਕੀਤੀ, ਉਹ ਫਿਰ ਇਨਸਾਨ ਮਨੁੱਖ ਨਹੀਂ ਹੋ ਸਕਦਾ। ਔਰ ਇੱਕ ਜੀਵ ਜੋ ਜੀਵਨ ਦੇ ਵਿੱਚ ਬਾਰ-ਬਾਰ ਗਲਤੀ ਕਰੀ ਜਾਵੇ, ਉਹ ਵੀ ਮਨੁੱਖ ਨਹੀਂ ਹੋ ਸਕਦਾ। ਤੇ ਅਸੀਂ ਆਪਣੇ ਆਪ ਦੇ ਭੀਤਰ ਨਿਗਾਹ ਮਾਰ ਕੇ ਦੇਖੀਏ ਕਿ ਕੀ ਅਸੀਂ ਜੀਵਨ ਦੇ ਵਿੱਚ ਉਹ ਹਾਂ ਜੋ ਕਹਿੰਦੇ ਹਾਂ ਮੈਂ ਗਲਤੀ ਨਹੀਂ ਕੀਤੀ। ਚਾਹੇ ਭੁੱਲ ਭੁਲੇਖੇ ਜਾਂ ਜਿੱਦ ਦੇ ਵਿੱਚ ਮੈਂ ਗਲਤੀ ਨਹੀਂ ਕੀਤੀ, ਜਾਂ ਉਹ ਮੇਰੇ ਤੋਂ ਗਲਤੀ ਹੋਈ ਹੈ ਜੋ ਕਰਨਾ ਕਰ ਲੈ, ਜਾਂ ਮਹਿਸੂਸ ਕੀਤਾ, ਹਿੰਮਤ ਕੀਤੀ ਤੇ ਜੀਵ ਦੇ ਸਮਕਸ਼ ਗਏ ਔਰ ਜਾ ਕੇ ਮਾਫੀ ਮੰਗ ਲਈ, ਜਾਂ ਇੰਨਾ ਕੁ ਜ਼ਿਆਦਾ ਦੁੱਖ ਹੋਇਆ ਭੀਤਰ ਦੇ ਵਿੱਚ ਕਿ ਮੈਂ ਉਸ ਜੀਵ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਾਇਆ ਕਿਸੇ ਵੀ ਤਰੀਕੇ ਨਾਲ, ਤੇ ਜੀਵ ਜਾ ਕੇ ਆਪਣੀ ਭੁੱਲ ਬਖਸ਼ਵਾ ਲਵੇ, ਰੁਦਨ ਲੈ ਕੇ ਆਵੇ। ਤੇ ਉਹ ਜਿਹੜੀ ਅਵਸਥਾ ਜੇ ਸਾਡੇ ਜੀਵਨ ਦੇ ਵਿੱਚ ਦੁਨਿਆਵੀ ਤੌਰ ਤੇ ਹੀ ਨਹੀਂ ਹੈ, ਦੁਨਿਆਵੀ ਤੌਰ ਤੇ ਅਸੀਂ ਜੀਵਾਂ ਨੂੰ ਕੁਛ ਵੀ ਨਾ ਸਮਝੀਏ ਔਰ ਸ਼ਰੇਆਮ ਆਪਣੀਆਂ ਗਲਤੀਆਂ ਕਰਦੇ ਰਹੀਏ, ਜਾਂ ਭੁੱਲ ਨਾ ਮੰਨੀਏ, ਜੇ ਭੁੱਲ ਫੜੀ ਵੀ ਜਾਵੇ ਤੇ ਕਹਿ ਦਈਏ ਕਰ ਲਿਆ ਜੋ ਕਰਨਾ, ਜਾਂ ਸਮਾਂ ਕੱਢਣ ਵਾਸਤੇ ਭੁੱਲ ਬਖਸ਼ਵਾਉਂਦੇ ਹਾਂ, ਜਾਂ ਸੱਚ ਦੇ ਵਿੱਚ ਭੁੱਲ ਬਖਸ਼ਵਾਉਂਦੇ ਹਾਂ ਕਿ ਨਹੀਂ ਮੇਰੀ ਭੁੱਲ ਹੈ, ਮੈਨੂੰ ਬਖਸ਼ ਦੇ। ਇਸ ਅਵਸਥਾ ਦੇ ਵਿੱਚ ਅਸੀਂ ਜੀਵਨ ਗੁਜ਼ਾਰ ਰਹੇ ਹਾਂ। ਔਰ ਇਸ ਅਵਸਥਾ ਦੇ ਨਾਲ ਜਦੋਂ ਤੁਰੇ ਹਾਂ, ਤੇ ਜਦੋਂ ਰੱਬ ਤੱਕ ਦੀ ਗੱਲ ਆਉਂਦੀ ਹੈ, ਉਹ ਜੀਵ ਜੋ ਮਨੁੱਖਾਂ ਨੂੰ ਸਮਕਸ਼ ਦੇਖਦਾ ਹੈ, ਜੀਵਾਂ ਨੂੰ ਆਪਣੇ ਸਮਕਸ਼ ਦੇਖਦਾ ਹੈ, ਉਹਨਾਂ ਦੇ ਸਮਕਸ਼ ਗਲਤੀਆਂ ਭੁੱਲਾਂ ਕਰਦਾ ਹੈ ਔਰ ਮੰਨਦਾ ਨਹੀਂ, ਤੇ ਉਹ ਜੋ ਰੱਬ ਹੈ ਅਦ੍ਰਿਸ਼ ਹੈ, ਜੋ ਦੇਖਣ ਵਿੱਚ ਨਹੀਂ ਆਉਂਦਾ, ਜੋ ਸਾਨੂੰ ਦਿਖਦਾ ਨਹੀਂ। ਅਸੀਂ ਜੇ ਕਹਿੰਦੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਦਾ ਰੱਬ ਕਿਸੇ ਤਸਵੀਰ ਦੇ ਰੂਪ 'ਚ, ਕਿਸੇ ਮੂਰਤੀ ਦੇ ਰੂਪ 'ਚ ਅਗਰ ਅਸੀਂ ਰੱਬ ਰੱਖਿਆ ਹੈ, ਤੇ ਸੱਚ ਦੇ ਵਿੱਚ ਅਸੀਂ ਉਸ ਰੱਬ ਤੋਂ ਵੀ ਨਹੀਂ ਡਰਦੇ। ਉਹ ਤੇ ਉਹ ਕੰਮ ਹੈ ਕਿ ਘਰ ਦੇ ਵਿੱਚ ਚੂਹੇ ਬਹੁਤ ਹੋ ਗਏ, ਚੂਹੇ ਘੁੰਮ ਰਹੇ ਨੇ, ਤੇ ਉਹਨਾਂ ਚੂਹਿਆਂ ਦੇ ਸਮਕਸ਼ ਲਿਆ ਕੇ ਇੱਕ ਬਿੱਲੀ ਦੀ ਫੋਟੋ ਜਾਂ ਬਿੱਲੀ ਦੀ ਮੂਰਤੀ ਬਣਾ ਕੇ ਰੱਖ ਦਿੱਤੀ, ਤੇ ਉਹ ਚੂਹੇ ਉਸ ਤਸਵੀਰ ਤੋਂ ਜਾਂ ਉਸ ਮੂਰਤੀ ਤੋਂ ਨਹੀਂ ਡਰਨਗੇ। ਉਹ ਡਰਨਗੇ ਤਾਂ ਜਦੋਂ ਸੱਚ ਦੇ ਵਿੱਚ ਉੱਥੇ ਬਿੱਲੀ ਆ ਜਾਵੇ, ਜਾਂ ਸੱਚ ਦੇ ਵਿੱਚ ਕੋਈ ਜੀਵ ਆ ਜਾਵੇ ਜੋ ਉਹਨਾਂ ਨੂੰ ਉੱਥੋਂ ਭਜਾ ਦੇਵੇ। ਤੇ ਸਾਡੇ ਭੀਤਰ ਦੇ ਜਿਹੜੇ ਅਵਗੁਣ ਨੇ ਕਿਸੇ ਨਾ ਕਿਸੇ ਰੂਪ ਦੇ, ਉਹ ਤੇ ਸ਼ਰੇਆਮ ਘੁੰਮ ਰਹੇ ਨੇ, ਤੇ ਉਹ ਜੋ ਰੱਬ ਰੂਪ ਕਿਸੇ ਜੀਵ ਦੇ ਵਿੱਚ ਵਾਸ ਕਰਕੇ ਸਾਨੂੰ ਟੋਕਦਾ ਹੈ, ਰਿਸ਼ਤੇ ਨਾਤੇ ਦੇ ਰੂਪ 'ਚ, ਸੱਜਣ ਮਿੱਤਰ ਬੇਲੀ ਦੇ ਰੂਪ 'ਚ, ਜੋ ਸਾਨੂੰ ਟੋਕਦਾ ਹੈ ਕਿ ਤੂੰ ਇੱਥੇ ਗਲਤੀ ਕਰ ਰਿਹਾ ਹੈ, ਤੂੰ ਇੱਥੇ ਗਲਤੀ ਕੀਤੀ ਹੈ। ਤੇ ਨਹੀਂ, ਤੇ ਜਿੱਥੇ ਤੱਕ ਗੱਲ ਜਾਂਦੀ ਹੈ, ਜਿੱਥੇ ਤੱਕ ਅਸੀਂ ਪਹੁੰਚੇ ਹਾਂ, ਉਹ ਅਸੀਂ ਜਾਣਦੇ ਹਾਂ। ਤੇ ਜੇ ਰੱਬ ਰੂਪ ਕੋਈ ਆ ਕੇ ਸਾਡੇ ਜੀਵਨ 'ਚ ਸਾਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰਦਾ ਹੈ, ਤੇ ਉਹ ਜਦੋਂ ਕ੍ਰਿਸ਼ਨ, ਜਿਹਨੂੰ ਅਸੀਂ ਅੱਜ ਰੱਬ ਮੰਨਦੇ ਹਾਂ, ਉਹਨੇ ਜਦੋਂ ਦੇਖਿਆ ਕਿ ਦੁਰਯੋਧਨ ਧੱਕਾ ਕਰ ਰਿਹਾ ਹੈ, ਪਾਂਡਵਾਂ ਦਾ ਹੱਕ ਹੈ, ਉਹ ਗਲਤ ਕਰ ਰਿਹਾ ਹੈ, ਤੇ ਜਦ ਉਹ ਸਮਝਾਉਣ ਗਏ, ਤੇ ਉਸ ਮਹਿਫਿਲ ਦੇ ਵਿੱਚ ਸਾਰੇ ਉਹ ਜੀਵ ਮਿਲੇ ਜਿਹੜੇ ਗਲਤੀ ਦਾ ਸਾਥ ਦੇ ਰਹੇ ਸੀਗੇ। ਪਹਿਲਾਂ ਦੁਰਯੋਧਨ ਮੰਨਣ 'ਚ ਨਾ ਆਵੇ, ਧ੍ਰਿਤਰਾਸ਼ਟਰ ਮੰਨਣ ਦੇ ਵਿੱਚ ਨਾ ਆਵੇ, ਤੇ ਜਦੋਂ ਕ੍ਰਿਸ਼ਨ ਨੇ ਸਮਝਾ ਕੇ, ਜਦੋਂ ਉਦਾਹਰਣ ਦੇ ਕੇ ਜਦੋਂ ਉਹਨਾਂ ਨੂੰ ਮਨਾਇਆ, ਤੇ ਅਖੀਰ ਕਹਿਤਾ ਕਰ ਲਿਆ ਜੋ ਕਰਨਾ ਕਰ ਲੈ।
ਕਰ ਲੈ ਜੋ ਕਰਨਾ ਹੈ। ਤੇ ਮਹਾਭਾਰਤ ਹੋ ਗਿਆ। ਤੇ ਜੀਵਨ ਦੇ ਵਿੱਚ ਅਸੀਂ ਜਿਹੜੇ ਮਰਜ਼ੀ ਪੱਖ 'ਚ ਹੋਈਏ, ਮਹਾਭਾਰਤ ਜ਼ਰੂਰ ਹੁੰਦਾ, ਮਹਾਭਾਰਤ ਜ਼ਰੂਰ ਹੁੰਦਾ। ਭਾਵ ਗਲਤੀ ਕੀਤੀ ਹੈ, ਪਹਿਲਾਂ ਤੇ ਮੰਨਦੇ ਨਹੀਂ, ਜੇ ਮੰਨ ਲਈ ਤੇ ਮੁੱਕਰ ਜਾਂਦੇ ਹਾਂ, ਜੋ ਕਰ ਲੈ ਜੋ ਕਰਨਾ। ਕਦੋਂ ਅਵਸਥਾ ਆਏਗੀ, ਕਦੋਂ ਅਸੀਂ ਸਮਝਾਂਗੇ? ਤੇ ਅਸੀਂ ਜੀਵਨ 'ਚ ਨਿਗਾਹ ਮਾਰ ਕੇ ਦੇਖੀਏ ਕਿ ਅਸੀਂ ਬਾਲਪਨ ਦੇ ਵਿੱਚ ਕਦੀ ਕੋਈ ਗਲਤੀ ਨਹੀਂ ਕੀਤੀ ਹੋਏਗੀ, ਤੇ ਉਸ ਗਲਤੀ ਦੇ ਫੜੇ ਜਾਣ ਤੇ ਕਿ ਸਾਡੇ ਮਾਤਾ ਪਿਤਾ ਨੇ ਆਪਣੇ ਸਮਕਸ਼ ਸਾਨੂੰ ਕਦੇ ਨਹੀਂ ਖੜਾ ਕੀਤਾ ਹੋਣਾ, ਤੇ ਆਪਾਂ ਉਸ ਗੱਲ ਵੱਲ ਧਿਆਨ ਕਰਕੇ ਦੇਖ ਲੈਂਦੇ ਹਾਂ ਕਿ ਉਹ ਮਾਤਾ ਪਿਤਾ ਦੇ ਸਵਾਲ ਕਰਨ 'ਚ ਸਾਡੀ ਕੀ ਅਵਸਥਾ ਸੀ, ਕਿ ਅਸੀਂ ਮੰਨੇ ਹੋ ਜਾਂ ਮੰਨ ਕੇ ਹੋਰ ਜ਼ਿਆਦਾ ਢੀਠ ਹੋ ਗਏ, ਬੇਸ਼ਰਮ ਹੋ ਗਏ, ਜਾਂ ਉਸ ਗੱਲ ਦੀ ਭੁੱਲ। ਹਾਂ, ਇਹ ਗੱਲ ਵੱਖ ਹੈ ਕਿ ਕਈ ਵਾਰੀ ਮਾਤਾ ਪਿਤਾ ਤੋਂ ਕੁੱਟਮਾਰ ਦਾ ਡਰ ਹੁੰਦਾ, ਡਾਂਟ ਦਾ ਡਰ ਹੁੰਦਾ, ਜੀਵ ਤਾਂ ਉਸ ਗੱਲ ਤੋਂ ਮੁੱਕਰਦਾ ਹੈ ਜਾਂ ਦੱਸਦਾ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਭੌ ਹੈ, ਜਾਂ ਪ੍ਰੇਮ ਹੈ ਕਿ ਮਾਤਾ ਪਿਤਾ ਨੂੰ ਮੇਰੀ ਇਹ ਭੁੱਲ ਦਾ ਪਤਾ ਲੱਗ ਗਿਆ, ਉਹ ਨਾਰਾਜ਼ ਹੋ ਜਾਣਗੇ। ਉਹ ਹੈ ਪ੍ਰੇਮ। ਇੱਕ ਸਜ਼ਾ ਦਾ ਭੌ, ਦੂਰੀ ਦਾ ਭੌ, ਨਾਰਾਜ਼ ਹੋ ਜਾਣਗੇ, ਤੇ ਉਹਦੇ 'ਚ ਪ੍ਰੇਮ ਰਸ, ਮੈਂ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਇਹੀ ਤੇ ਰੱਬ ਹੈ। ਰੱਬ ਔਰ ਕੁਛ ਵੀ ਨਹੀਂ। ਰੱਬ ਭੌ ਹੈ ਤੇ ਪ੍ਰੇਮ ਹੈ। ਕਹਿੰਦੇ ਨਾ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ, ਮੇਰਾ ਉਹ ਰੱਬ ਮੇਰੇ ਤੋਂ ਰੁੱਸੇ ਨਾ, ਮੇਰੇ ਤੋਂ ਮੂੰਹ ਨਾ ਫੇਰ ਲਈ। ਕਿਉਂ? ਕਾਰਨ ਕੀ? ਆਭਾਸ ਕਰ ਲਿਆ ਕਿ ਇਹਦਾ ਸਾਥ ਮੇਰੇ ਜੀਵਨ ਦੇ ਵਿੱਚ ਜ਼ਰੂਰੀ ਹੈ, ਇਹ ਜੀਵਨ ਦੇ ਵਿੱਚ ਕਿੰਨੀ ਅਹਿਮੀਅਤ ਰੱਖਦਾ ਹੈ, ਮੈਨੂੰ ਇਹਦੀ ਜ਼ਰੂਰਤ ਹੈ। ਤੇ ਮਾਤਾ ਪਿਤਾ ਦੇ ਸਮਕਸ਼ ਜਾ ਕੇ, ਕੋਈ ਐਸੇ ਵੀ ਹੋਣਗੇ ਜਿਹੜੇ ਸਿੱਧੇ ਹੀ ਜਾ ਕੇ ਗੱਲ ਕਰਦੇ ਹੋਣਗੇ ਕਿ ਅਸੀਂ ਕਦੀ ਇੱਦਾਂ ਕੀਤਾ, ਮਾਂ ਮੇਰੇ ਤੋਂ ਇਹ ਗਲਤੀ ਹੋ ਗਈ, ਪਿਤਾ ਜੀ ਮੇਰੇ ਤੋਂ ਇਹ ਗਲਤੀ ਹੋ ਗਈ, ਇਸ ਤਰ੍ਹਾਂ ਹਾਲ ਸੀਗਾ, ਮੇਰੇ ਤੋਂ ਇਹ ਹੋ ਗਿਆ, ਮਾਫ਼ ਕਰ ਦਿਓ, ਮੈਂ ਅੱਗੇ ਤੋਂ ਨਹੀਂ ਕਰਾਂਗਾ। ਇੱਕ ਉਹ ਜੋ ਰੋ ਰੋ ਕੇ ਮਾਤਾ ਪਿਤਾ ਨੂੰ ਦੱਸੇ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ, ਮੈਨੂੰ ਬਖਸ਼ ਦਿਓ, ਮੈਨੂੰ ਮਾਫ਼ ਕਰ ਦਿਓ। ਜੇ ਇਹ ਅਵਸਥਾ ਸਾਡੀ ਬਚਪਨ ਦੇ ਵਿੱਚ ਨਹੀਂ ਸੀ, ਤੇ ਅਸੀਂ ਕੋਸ਼ਿਸ਼ ਕਰਕੇ ਦੇਖ ਲਈਏ, ਆਪਣੇ ਆਪ ਤੋਂ ਸਵਾਲ ਕਰਕੇ, ਕੀ ਇਹ ਅਵਸਥਾ ਸਾਡੀ ਇਸ ਉਮਰ ਤੱਕ ਹੋਰ ਗੰਭੀਰ ਰੂਪ ਲੈ ਕੇ ਖਰਾਬ ਹੋਈ ਜਾਂ ਉਹ ਸੰਵਰੀ? ਤੇ ਉਸੇ ਅਵਸਥਾ ਦੇ ਵਿੱਚ ਹੀ ਅਸੀਂ ਰੱਬ ਦੇ ਸਮਕਸ਼ ਜਾਂਦੇ ਹਾਂ। ਅਗਰ ਇਹ ਅਵਸਥਾ ਨਹੀਂ ਲੈ ਕੇ ਜਾਂਦੇ, ਤੇ ਅਸੀਂ ਗੁਰੂ ਘਰਾਂ ਦੇ ਵਿੱਚ ਜਦੋਂ ਜਾਂਦੇ ਹਾਂ, ਤੇ ਸਾਡੀ ਧੌਣ ਦੇ ਵਿੱਚ ਨਿਵਾਨ ਕਿਉਂ ਨਹੀਂ ਹੈ, ਸਾਡੇ ਭੀਤਰ ਨਿਵਾਨਪਨ ਕਿਉਂ ਨਹੀਂ ਹੁੰਦਾ? ਕਿੰਨਾ ਆਕੜ ਕੇ ਅਸੀਂ ਕਿਸੇ ਗੁਰੂ ਘਰ ਦੇ ਵਿੱਚ ਪ੍ਰਵੇਸ਼ ਕਰਦੇ ਹਾਂ, ਕਿੰਨੇ ਹਉਮੈ ਦੇ ਵਿੱਚ ਅਸੀਂ ਬਾਹਰੀ ਪ੍ਰਗਟਾਵਾ ਝੂਠ ਦਾ ਅੰਦਰ ਵੜਦੇ ਹਾਂ ਕਿਸੇ ਵੀ ਗੁਰੂ ਘਰ ਦੇ ਵਿੱਚ। ਉਹ ਹੋਰ ਕੁਝ ਨਹੀਂ, ਉਹ ਸਾਡਾ ਮੂਲ ਜਿਹੜਾ ਜੀਵਨ ਦੇ ਵਿੱਚ ਖਰਾਬ ਹੋ ਚੁੱਕਾ ਹੈ, ਨਹੀਂ ਮੰਨਣਾ। ਉਹ ਝੂਠ ਜੋ ਦਰਸਾਉਂਦੇ ਹਾਂ, ਅਸੀਂ ਉਹ ਰੱਬ ਦੀ ਦਰਗਾਹ ਦੇ ਵਿੱਚ ਜਾ ਕੇ ਵੀ ਉਹੀ ਝੂਠ ਲੈ ਕੇ ਜਾਂਦੇ ਹਾਂ। ਕਾਰਨ ਸੱਚ ਦੇ ਵਿੱਚ ਜਾਣਦੇ ਹਾਂ ਕਿ ਉਹ ਤਸਵੀਰ ਰੂਪ
ਉਹ ਮੂਰਤੀ ਰੂਪ ਜਾਂ ਕਿਸੇ ਹੋਰ ਰੂਪ ਦੇ ਵਿੱਚ ਉਹ ਸਾਹਮਣਿਓਂ ਸਾਨੂੰ ਬੋਲ ਨਹੀਂ ਸਕਦਾ। ਅਸੀਂ ਕਹਿਣ ਨੂੰ ਤੇ ਕਹਿੰਦੇ ਹਾਂ ਰੱਬ ਹੈ, ਉਹ ਰੱਬ ਹੈ, ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਰੱਬ ਹੈ ਪਰ ਉਹ ਸਰੀਰ ਨਹੀਂ ਹੈ, ਸਾਡੇ ਸਮਕਸ਼ ਉਹ ਆ ਨਹੀਂ ਸਕਦਾ, ਸਾਨੂੰ ਕੁਝ ਕਹਿ ਨਹੀਂ ਸਕਦਾ। ਤੇ ਕਿਆ ਹੀ ਅਵਸਥਾ ਹੋਏਗੀ ਜਦੋਂ ਇਹ ਪੰਕਤੀਆਂ ਉਚਾਰਨ ਹੋਈਆਂ ਹੋਣਗੀਆਂ ਕਿ ਰਾਮਈਆ ਹਉ ਬਾਰਕ ਤੇਰਾ। ਕਬੀਰ ਸਾਹਿਬ, ਕਾਹੇ ਨਾ ਖੰਡਸ ਅਵਗਨ ਮੇਰਾ। ਇਹ ਕੌਣ ਕਹੇਗਾ? ਉਹੀ ਬੱਚਾ ਜੋ ਮਾਤਾ ਪਿਤਾ ਦੇ ਸਮਕਸ਼ ਗਿਆ, ਭੁੱਲ ਹੋਈ, ਦੁਬਾਰਾ ਫਿਰ ਫੜਿਆ ਗਿਆ, ਫਿਰ ਫੜਿਆ ਗਿਆ, ਤੇ ਫਿਰ ਮਾਤਾ ਪਿਤਾ ਦੇ ਸਮਕਸ਼ ਜਾ ਕੇ ਕਹੇ ਕਾਹੇ ਨਾ ਖੰਡਸ ਅਵਗਨ ਮੇਰਾ, ਮੇਰੀ ਭੁੱਲ ਦੀ ਮਦਦ ਕਿਉਂ ਨਹੀਂ ਕਰਦੇ? ਇੱਕ ਫਿਲਮ ਸਟਾਰ ਹੈਗੇ ਨਾ ਸੰਜੇ ਦੱਤ, ਉਹਨਾਂ ਨੇ ਜੀਵਨ ਦੇ ਵਿੱਚ ਆਪਣੀ ਦੁਨੀਆ ਦੇ ਸਮਕਸ਼ ਆਪਣੀ ਗਲਤੀ ਦਾ ਇਜ਼ਹਾਰ ਕੀਤਾ। ਕਹਿੰਦੇ ਜਦੋਂ ਮੈਂ ਬਾਲ ਉਮਰ 'ਚ ਸੀ, ਯੌਵਨ ਦੇ ਵਿੱਚ ਸੀ, ਮੈਂ ਡਰੱਗਸ ਕਰਦਾ ਸੀ। ਕਹਿੰਦਾ ਇੰਨਾ ਜ਼ਿਆਦਾ ਡਰੱਗਸ ਕਰਦਾ ਸੀ ਕਿ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਸੀ। ਪਰ ਇੱਕ ਦਿਨ ਮੈਨੂੰ ਅੰਦਰੋਂ ਚੋਟ ਵੱਜੀ ਆਪਣੇ ਪਿਤਾ ਦਾ ਹਾਲ ਦੇਖ ਕੇ। ਮਾਂ ਤੇ ਮੇਰੀ ਚਲੀ ਗਈ ਸੀ। ਮੈਂ ਆਪਣੇ ਪਿਤਾ ਦਾ ਹਾਲ ਦੇਖ ਕੇ ਅੰਦਰੋਂ ਰੋਇਆ, ਮੈਨੂੰ ਅੰਦਰੋਂ ਰੁਦਨ ਹੋਇਆ, ਔਰ ਮੈਂ ਆਪਣੇ ਪਿਤਾ ਦੇ ਸਮਕਸ਼ ਜਾ ਕੇ ਮੈਂ ਉਹਨੂੰ ਕਿਹਾ ਮਾਫ ਕਰ ਦੇ, ਔਰ ਮੈਨੂੰ ਮਦਦ ਚਾਹੀਦੀ ਹੈ, ਤੂੰ ਮੇਰੀ ਮਦਦ ਕਰ, ਮੈਂ ਤੇਰੇ ਅੱਗੇ ਗਿੜਗਿੜਾ ਰਿਹਾ ਹਾਂ। ਤੇ ਉਸ ਪਿਤਾ ਨੇ ਉਹਦੇ ਨਾਲ ਈਰਖਾ, ਦਵੈਸ਼, ਨਫ਼ਰਤ ਨਹੀਂ ਕੀਤੀ। ਉਹਨਾਂ ਦੇ ਪਿਤਾ ਸੁਨੀਲ ਦੱਤ ਸਾਹਿਬ, ਉਹਨਾਂ ਨੇ ਉਹਦੇ ਨਾਲ ਈਰਖਾ ਨਹੀਂ ਕੀਤੀ, ਉਹਨੂੰ ਗੱਲ ਨਾਲ ਲਾਇਆ ਤੇ ਉਹਦਾ ਇਲਾਜ ਕਰਵਾਇਆ। ਔਰ ਅੱਜ ਉਹੀ ਸੰਜੇ ਦੱਤ ਖੁਸ਼ਨੁਮਾ ਜੀਵਨ ਗੁਜ਼ਾਰ ਰਿਹਾ। ਅੱਗੇ ਕੀ ਹੋ ਬਾਤ ਦੀ ਗੱਲ ਹੈ, ਅੱਜ ਕੀ ਹੋ ਬਾਤ ਦੀ ਗੱਲ ਹੈ। ਉਸ ਸਮੇਂ ਦੀ ਗੱਲ ਜੇ ਸਮਝ ਕੇ ਦੇਖੀਏ, ਕਾਹੇ ਨਾ ਖੰਡਸ ਅਵਗਨ ਮੇਰਾ, ਉਹੀ ਤਾਂ ਉਹਨਾਂ ਨੇ ਆਪਣੇ ਪਿਤਾ ਦੇ ਸਮਕਸ਼ ਜਾ ਕੇ ਕਿਹਾ, ਹਾਂ ਮੇਰੀਆਂ ਗਲਤੀਆਂ ਹੈ, ਮੈਂ ਭੁੱਲਾਂ ਕਰ ਰਿਹਾ ਹਾਂ, ਮੇਰੀ ਮਦਦ ਕਰੋ ਨਾ, ਮੇਰੀ ਮਦਦ ਕਿਉਂ ਨਹੀਂ ਕਰਦੇ? ਤੇ ਇੱਥੇ ਹੀ ਬਸ ਨਹੀਂ, ਅੱਗੇ ਫੇਰ ਕਹਿੰਦੇ ਨੇ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਜਿਵੇਂ ਸੰਤਾਨ ਕਿੰਨੇ ਕੁ ਗਲਤੀਆਂ, ਕਿੰਨੇ ਕੁ ਅਪਰਾਧ, ਕਿੰਨੇ ਕੁ ਗੁਨਾਹ ਕਰ ਦਿੰਦਾ, ਕਿਸੇ ਵੀ ਰੂਪ 'ਚ ਸੰਤਾਨ ਗਲਤੀਆਂ ਕਰਦੀ ਆਈ ਹੈ, ਤੇ ਜਨਨੀ ਚੀਤ ਨਾ ਰਾਖਸ ਤੇਤੇ। ਉਹ ਜੋ ਮਾਂ ਹੈਗੀ ਹੈ, ਜੋ ਜਨਮਦਾਤਾ ਹੈ ਨਾ, ਜਿਹਨੇ ਜਨਮ ਦਿੱਤਾ, ਉਹ ਇਹਨਾਂ ਗੱਲਾਂ ਨੂੰ ਆਪਣੇ ਦਿਲ 'ਚ ਨਹੀਂ ਲਾਉਂਦੀ। ਨਾਲੇ ਵੀ ਕਹਿਤਾ ਕਿ ਤੂੰ ਮੇਰੀ ਮਾਂ ਹੈ, ਤੇ ਹਾਂ ਮੇਰੇ ਤੋਂ ਗਲਤੀਆਂ ਹੋਈਆਂ, ਇੱਕ ਨਹੀਂ, ਬਾਰ-ਬਾਰ ਮੈਂ ਬਹੁਤ ਗਲਤੀਆਂ ਕੀਤੀਆਂ। ਇਸੇ ਕਰਕੇ ਤੇ ਕਹਿ ਰਹੇ ਕਿ ਕਾਹੇ ਨਾ ਖੰਡਸ ਅਵਗਨ ਮੇਰਾ, ਮੇਰੇ ਅਵਗੁਣ ਨੂੰ ਖਤਮ ਕਿਉਂ ਨਹੀਂ ਕਰ ਦਿੰਦੇ? ਖਤਮ ਕਿਉਂ ਨਹੀਂ ਕਰ ਦਿੰਦੇ ਇਸ ਅਵਗੁਣ ਨੂੰ? ਪਰ ਤਾਂ ਗੱਲ ਹੋਈ ਜਦੋਂ ਉਸ ਜੀਵ ਨੇ ਆਭਾਸ ਕੀਤਾ, ਜਿਹਦੀ ਅਸੀਂ ਗੱਲ ਕੀਤੀ, ਉਹ ਸੰਜੇ ਦੱਤ ਜੋ ਸੀ, ਉਹਨੇ ਆਭਾਸ ਕੀਤਾ ਕਿ ਮੈਂ ਗਲਤ ਕਰ ਰਿਹਾ। ਤੇ ਦੁਨੀਆ 'ਚ ਕਿੰਨੇ ਕੁ ਜੀਵ ਨੇ ਜਿਹੜੇ ਨਸ਼ਾ ਕਰ ਰਹੇ ਨੇ, ਉਹਨਾਂ ਨੂੰ ਉਹਨਾਂ ਦੇ ਪਰਿਵਾਰ, ਜੀਆ ਜੰਤ, ਆਲਾ ਦੁਆਲਾ ਸਮਝਾਉਂਦਾ ਹੈ ਤੂੰ ਗਲਤ ਕਰ ਰਿਹਾ, ਉਹ ਮੰਨਦਾ ਹੀ ਨਹੀਂ, ਉਹ ਮੰਨਦੇ ਹੀ ਨਹੀਂ। ਤੇ ਜਿਹੜੇ ਮੰਨਦੇ ਨਹੀਂ, ਉਹਨਾਂ ਦਾ ਇਲਾਜ ਕਿਵੇਂ ਹੋਏਗਾ? ਉਹਨਾਂ ਨੂੰ ਕੋਈ ਕਿੱਦਾਂ ਸੁਧਾਰੇਗਾ? ਜਿਹੜਾ ਰੋ ਪਿਆ, ਗਿੜਗਿੜਾ ਗਿਆ, ਚਰਨੀ ਟਹਿ ਗਿਆ ਕਿ ਬਖਸ਼ ਲੈ ਦਾਤਾ, ਹਾਂ ਮੈਂ ਮੰਨਦਾ ਮੇਰੀ ਗਲਤੀ ਹੈ, ਮੇਰੀ ਭੁੱਲ ਹੈ। ਜਦੋਂ ਇਹ ਅਵਸਥਾ ਆਏਗੀ ਤੇ ਜਿਸ ਤਰੀਕੇ ਨਾਲ ਮਾਤਾ ਪਿਤਾ ਸਾਨੂੰ ਮਾਫ ਕਰ ਦਿੰਦੇ, ਗੱਲ ਨਾਲ ਲਾ ਲੈਂਦੇ, ਔਰ ਸਾਡਾ ਇਲਾਜ ਵੀ ਕਰਵਾ ਦਿੰਦੇ, ਸਾਨੂੰ ਮਾਰਗਦਰਸ਼ਨ ਵੀ ਕੀਤਾ ਉਹਨਾਂ ਨੇ, ਬਾਰ-ਬਾਰ ਸਾਡੇ ਮਾਤਾ ਪਿਤਾ ਨੇ ਗੱਲ ਨਾਲ ਲਾਇਆ, ਭੁੱਲਾਂ ਨੂੰ ਬਖਸ਼ ਕੇ। ਵੱਡੀ ਤੋਂ ਵੱਡੀ ਗਲਤੀ ਭੁੱਲ ਹੋਈ, ਪਰ ਤਾਂ ਤੱਕ ਬਖਸ਼ਦੇ ਰਹੇ ਜਦੋਂ ਤੱਕ ਅਸੀਂ ਆਪਣੀ ਭੁੱਲ ਮੰਨਦੇ ਰਹੇ।
ਤੇ ਅਸੀਂ ਜਾਣਦੇ ਹਾਂ ਅਖੀਰਲੀ ਜਿਹੜੀ ਮੁਲਾਕਾਤ ਸਾਡੇ ਪਿਤਾ ਮਾਤਾ ਨਾਲ ਹੋਈ ਹੋਣੀ, ਉਹ ਅਖੀਰਲਾ ਦਿਨ ਸੀਗਾ, ਅਖੀਰਲੀ ਭੁੱਲ ਜੋ ਉਹਨਾਂ ਦੇ ਸਮਕਸ਼ ਕੀਤੀ ਹੋਏਗੀ ਇੱਕ ਉਮਰ ਤੱਕ, ਜਿਹਦੇ ਬਾਬਤ ਅਸੀਂ ਸੱਚ 'ਚ ਮਾਫੀ ਮੰਗ ਲਈ ਹੋਏਗੀ, ਬਖਸ਼ ਤੇ ਜਾਂ ਅਖੀਰ ਹੋਏਗਾ ਜਾਓ ਮੈਂ ਇੱਦਾਂ ਹੀ ਹਾਂ, ਉਹ ਤੋਂ ਬਾਅਦ ਉਹ ਰਿਸ਼ਤਾ ਅੱਗੇ ਤੁਰਿਆ ਹੋਏਗਾ। ਉਹੀ ਗੱਲ ਹੈ ਸਾਡੇ ਜੀਵਨ ਦੇ ਵਿੱਚ, ਚਾਹੇ ਪਰਿਵਾਰਕ ਰਿਸ਼ਤਿਆਂ ਦੀ, ਪਤੀ ਪਤਨੀ ਦੀ, ਸੰਤਾਨ ਦੀ, ਭੈਣਾਂ ਭਰਾਵਾਂ ਦੀ, ਹੋਰ ਰਿਸ਼ਤੇ ਨਾਤਿਆਂ ਦੀ ਗੱਲ ਕਰ ਲਈਏ, ਜਾਂ ਆਪਣਾ ਰਿਸ਼ਤਾ ਉਸ ਰੱਬ ਨਾਲ ਗੱਲ ਕਰ ਲਈਏ ਕਿ ਸਾਡਾ ਉਸ ਰੱਬ ਦੇ ਨਾਲ ਕਿਹੋ ਜਿਹਾ ਰਿਸ਼ਤਾ ਹੈ, ਕਿ ਸਾਡੇ ਜੀਵਨ ਦੇ ਵਿੱਚ ਇਹ ਅਵਸਥਾ ਆ ਸਕਦੀ, ਪਿਛਲੇ ਅਵਗੁਣ ਬਖਸ਼ ਲੈ ਆਪਣੀ ਕਿਰਪਾ ਧਾਰ। ਇਹ ਨਹੀਂ ਕਿ ਮੇਰਾ ਪਿਛਲਾ ਅਵਗੁਣ, ਪਿਛਲੇ, ਇਹਦਾ ਮਤਲਬ ਕਿ ਜੀਵ ਨੇ ਆਭਾਸ ਕੀਤਾ ਮੈਂ ਇੰਨੇ ਸਮੇਂ ਤੋਂ ਇਹ ਗਲਤੀਆਂ ਭੁੱਲਾਂ ਕਰ ਰਿਹਾ ਹਾਂ। ਪਿਛਲੇ ਅਵਗੁਣਾਂ ਦੀ ਗੱਲ ਅਸੀਂ ਕਦੋਂ, ਦੁਨਿਆਵੀ ਤੌਰ ਤੇ ਨਹੀਂ ਖੜੇ ਹੋਏ, ਰੱਬ ਤੇ ਦਿਖਦਾ ਹੀ ਨਹੀਂ ਸਾਨੂੰ। ਕਿੰਨਾ ਖੂਬ ਹੋਵੇ, ਜਿਸ ਵੀ ਧਰਮ ਦੇ ਵਿੱਚ ਅਸੀਂ ਜਾਂਦੇ ਹਾਂ, ਜਿਸ ਵੀ ਗੁਰੂ ਘਰ ਨੂੰ ਮੰਨਦੇ ਹਾਂ, ਸਾਖਸ਼ਾਤ ਰੂਪ 'ਚ ਕਿਸੇ ਦਿਨ ਉਹ ਸਮਕਸ਼ ਹੀ ਬੈਠਾ ਹੋਵੇ ਆਪਣੇ ਆਸਨ ਤੇ, ਤੇ ਸਮਕਸ਼ ਬੈਠਾ ਸਾਡੇ ਅਵਗੁਣ ਨੂੰ ਚਤਾਰ ਦੇਵੇ, ਆਹ ਦੇਖ ਇਹ ਪਾਪੀ ਆ ਰਿਹਾ, ਇਹ ਜੀਵ ਇੱਦਾਂ ਦਾ ਆ ਰਿਹਾ, ਠੋਕਰ ਵੱਜੇਗੀ। ਤਾਂ ਪਤਾ ਲੱਗੇਗਾ ਅਸੀਂ ਰੱਬ ਤੋਂ ਵੀ ਮੰਨਾਂਗੇ ਗਲਤੀ, ਨਹੀਂ 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 ਤੁਹਾਨੂੰ ਭੁਲੇਖਾ ਲੱਗਿਆ, ਤੁਹਾਨੂੰ ਨਹੀਂ ਪਤਾ, ਤੁਹਾਨੂੰ ਨਹੀਂ ਪਤਾ। ਤੇ ਜੀਵਨ ਦੇ ਵਿੱਚ ਅਗਰ ਕੋਈ ਗੁਰੂ ਰੂਪ ਆਇਆ, ਅਸੀਂ ਉਹਨਾਂ ਨੂੰ ਵੀ ਇਹੀ ਕਹਿੰਦੇ ਤੁਹਾਨੂੰ ਨਹੀਂ ਪਤਾ, ਨਹੀਂ। ਫਿਰ ਉਸ ਤੋਂ ਬਾਅਦ ਅਖੀਰ ਹੁੰਦਾ, ਜਾਂ ਅਸੀਂ ਇਹ ਪੰਕਤੀਆਂ ਕਹਾਂਗੇ, ਰਾਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡ ਸਵਗਨ ਮੇਰਾ, ਜਾਂ ਅਸੀਂ ਕਹਾਂ ਕੀਤਾ ਕਰ ਲਓ ਜੋ ਕਰਨਾ, ਜਾਓ ਤੁਸੀਂ ਬੁਰੇ ਹੋ, ਜਾਓ ਛੱਡਿਆ, ਜਾਓ ਛੱਡਿਆ। ਇਹ ਤੇ ਸਾਡੀ ਸੱਚਾਈ ਹੈ। ਇਸ ਤਰੀਕੇ ਦੇ ਸਾਡੇ ਰਿਸ਼ਤੇ ਜੀਵਨ ਦੇ ਵਿੱਚ, ਹਾਂ ਜੋ ਕਰਨਾ ਕਰ ਲਈ, ਮੈਂ ਕੀਤਾ। ਸੱਚਾਈ ਜਾਣੀਏ ਤੇ ਸਹੀ, ਇਹ ਮਨੁੱਖੀ ਜਾਮੇ ਦੀ ਸੱਚਾਈ ਕੀ ਹੈ? ਇਹ ਸਾਨੂੰ ਮਨੁੱਖੀ ਜਾਮਾ ਮਿਲਿਆ ਕਿਉਂ ਹੈ? ਅੱਜ ਦੇ ਸਮੇਂ ਦੇ ਵਿੱਚ ਇੰਨੇ ਮਾੜੇ ਹਾਲਾਤ ਕਿਉਂ ਹੋ ਗਏ? ਹਰ ਜੀਵ ਪੁਰਾਣੇ ਸਮੇਂ ਦੀ ਗੱਲ ਕਿਉਂ ਕਰਦਾ ਹੈ, ਪੁਰਾਣਾ ਸਮਾਂ ਚੰਗਾ ਸੀ? ਇਸ ਦਾ ਮਤਲਬ ਕਿ ਜਿਵੇਂ ਜਿਵੇਂ ਸਮਾਂ ਬੀਤਿਆ ਮਾੜਾ ਹੀ ਹੁੰਦਾ ਗਿਆ। ਕਿਸੇ ਨੇ ਤਾਂ ਨਹੀਂ ਕਿਹਾ, ਕੋਈ ਦੱਸ ਦੇਵੇ ਦੁਨੀਆ ਦੇ ਵਿੱਚ, ਕੋਈ ਕਹਿ ਰਿਹਾ ਕਿ ਚੰਗਾ ਸਮਾਂ ਆ ਗਿਆ। ਜਿਸ ਮਰਜ਼ੀ ਪੱਖ ਦੇ ਉੱਤੇ, ਜਿਹੜੇ ਮਰਜ਼ੀ ਪਹਿਲੂ ਦੇ ਉੱਤੇ ਉਂਗਲ ਰੱਖ ਲਈਏ, ਉਹਨੂੰ ਛੇੜ ਕੇ ਦੇਖ ਲਈਏ, ਬਦ ਤੋਂ ਬੱਤਰ ਹੋਇਆ, ਨਰਕ ਹੋਇਆ, ਹੋਰ ਅੱਗੇ ਨਰਕ ਹੋ ਰਿਹਾ। ਹੁਣ ਪਹਿਲਾਂ ਰੋਗ ਹੀ ਨਹੀਂ ਪਤਾ ਸਾਨੂੰ, ਅਸੀਂ ਰੋਗ ਹੀ ਨਹੀਂ ਜਾਣਨਾ ਚਾਹੁੰਦੇ, ਜਾਂ ਭੁੱਲ ਭੁਲੇਖੇ, ਜਾਂ ਸੁਣਨਾ ਨਹੀਂ ਚਾਹੁੰਦੇ। ਪਹਿਲਾਂ ਰੋਗ ਹੀ ਨਹੀਂ ਪਤਾ। ਕੌਣ ਇੰਨਾ ਸੱਚ ਕਹੇ ਕਿ ਸਾਡੇ ਅਵਗੁਣਾਂ ਨੂੰ ਸਾਡੇ ਸਮਕਸ਼ ਸਾਹਮਣੇ ਜ਼ਾਹਰ ਕਰ ਦੇਵੇ? ਪਹਿਲਾਂ ਕੌਣ ਇੰਨਾ ਸੱਚ ਕਹੇ, ਤੇ ਦੂਜਾ ਕੌਣ ਇੰਨਾ ਸੱਚ ਸੁਣੇ? ਸੁਣਿਆ, ਮੰਨਿਆ। ਪਹਿਲਾਂ ਸੁਣਿਆ ਹੀ ਨਹੀਂ, ਜੇ ਸੁਣਿਆ ਤੇ ਮੰਨਿਆ ਨਹੀਂ, ਮੰਨਿਆ ਮਨ ਕੀਤਾ ਭਾਵ। ਅੰਤਰਗਤ, ਅੰਦਰ ਦੀ ਗੱਲ ਕੀਤੀ ਗਈ, ਅੰਦਰ ਦੀ ਉન્નਤੀ ਦੀ ਗੱਲ ਕੀਤੀ ਗਈ, ਅੰਦਰ ਦੀ ਚੜ੍ਹਤ ਦੀ ਗੱਲ ਕੀਤੀ ਗਈ, ਢਹਿੰਦੀ ਕਲਾ ਦੀ ਨਹੀਂ ਕੀਤੀ ਗਈ। ਬਾਹਰ ਦੀ ਤਾਂ ਛੱਡ ਹੀ ਦਈਏ, ਅੰਤਰਗਤ ਤੀਰਥ ਮਲ ਨਾਉ।
ਉਹ ਜੋ ਕਿਸੇ ਤੀਰਥ ਸਥਾਨ ਤੇ ਜਾਣ ਤੋਂ ਬਾਅਦ ਜੋ ਅਸੀਂ ਆਪਣੇ ਮਨ ਨੂੰ ਸਕੂਨ ਦਿੰਦੇ ਕਿ ਮੇਰੇ ਪਾਪ ਧੋਤੇ ਗਏ, ਮੇਰੀ ਮੈਲ ਧੋਤੀ ਗਈ ਇਸ ਤੀਰਥ ਸਥਾਨ ਤੇ ਜਾ ਕੇ। ਮਨ ਖੋਟੇ ਧਨ ਚੋਰ। ਤੇ ਮਹਾਂਪੁਰਸ਼ਾਂ ਦੇ ਵਚਨ ਅਟਲ ਨੇ, ਪਰ ਅੰਦਰ ਦੀ ਨੀਤ ਨਹੀਂ ਬਦਲੀ ਤੇ ਕਿੱਦਾਂ ਸਾਡੇ ਪਾਪ ਧੋਤੇ ਜਾਣਗੇ? ਕਿੱਦਾਂ ਹੋ ਸਕੇਗਾ? ਇਸੇ ਕਰਕੇ ਬੁੱਲੇ ਸ਼ਾਹ ਹੁਣਾਂ ਨੇ ਵੀ ਕਿਹਾ ਸੀ, ਮੱਕੇ ਗਿਆ ਗੱਲ ਮੁੱਕਣੀ ਨਹੀਂ, ਗਿਆ ਗਿਆ ਗੱਲ ਮੁੱਕਣੀ ਨਹੀਂ, ਗੰਗਾ ਗਿਆ ਵੀ ਗੱਲ ਮੁੱਕਣੀ ਨਹੀਂ। ਗੱਲ ਕਦੋਂ ਮੁੱਕਣੀ? ਜਦੋਂ ਮੈਂ ਨੂੰ ਦਿਲੋਂ ਗਵਾਈਏ। ਮੈਂ ਉਹ ਜੋ ਕਾਲ, ਉਹ ਜੋ ਪਾਪ ਹੈ, ਤੇ ਅੰਤਰਗਤ ਤੀਰਥ ਮਲ ਨਾਓ। ਕਦੋਂ ਮੰਨ ਲਿਆ? ਜਦੋਂ ਸੱਚਾਈ 'ਚ ਉਸ ਗੱਲ ਤੇ ਯਕੀਨ ਕਰ ਲਿਆ, ਹਰ ਐਰੇ ਗੈਰੇ ਦੀ ਨਹੀਂ, ਆਮ ਦੀ ਨਹੀਂ, ਉਹ ਜੋ ਧਰਮ ਗ੍ਰੰਥਾਂ 'ਚ ਮਹਾਂਪੁਰਸ਼ ਸਾਡੇ ਜੀਵਨ ਦੇ ਵਿੱਚ ਆਪਣੇ ਜੀਵਨ ਦਾ ਸਾਰਾਂਸ਼, ਸੱਚਾਈ ਦੱਸ ਗਏ। ਤਾਂ ਹੀ ਤਾਂ ਕਿਹਾ ਗਿਆ ਬਾਣੀ ਗੁਰੂ, ਗੁਰੂ ਹੈ ਬਾਣੀ। ਭਾਵ ਇੱਕ ਧਰਮ ਦੀ ਗੱਲ ਨਹੀਂ ਕੀਤੀ ਗਈ, ਸਰਬ ਸਾਂਝੀ, ਸਭ ਦੀ ਸਾਂਝੀ ਗੁਰਬਾਣੀ, ਸਭ ਦੇ ਲਈ ਸਾਂਝੀ ਵਿਵਾਲਤਾ ਦੀ ਗੱਲ ਕੀਤੀ ਗਈ ਦਰਬਾਰ ਸਾਹਿਬ 'ਚ। ਇਹੀ ਤੇ ਖਾਸੀਅਤ ਹੈ। ਉਹ ਸਾਰਿਆਂ ਵਾਸਤੇ ਹੈਗਾ, ਕਿਸੇ ਵੀ ਧਰਮ ਵਾਸਤੇ, ਕਿ ਬਾਣੀ ਗੁਰੂ, ਗੁਰੂ ਹੈ ਬਾਣੀ। ਜੋ ਉਹਨਾਂ ਨੇ ਮਹਾਂਪੁਰਸ਼ਾਂ ਨੇ, ਚਾਹੇ ਕੁਰਾਨ ਸ਼ਰੀਫ ਦੇ ਰੂਪ 'ਚ, ਚਾਹੇ ਦਰਬਾਰ ਸਾਹਿਬ ਦੇ ਰੂਪ 'ਚ, ਚਾਹੇ ਹੋਰ ਕੋਈ ਧਰਮ ਗ੍ਰੰਥ ਹੈਗੇ ਨੇ। ਕਦੋਂ? ਗੁਰਬਾਣੀ ਕਹੇ ਸੇਵਕ ਜਨ ਮਾਨੈ, ਮੰਨਿਆ ਪ੍ਰਤੱਖ ਗੁਰੂ ਨਿਸਤਾਰ ਹੈ। ਸਾਖਸ਼ਾਤ ਦੀ ਗੱਲ ਕਰਤੀ ਗਈ। ਤੇ ਅੰਤਰਗਤ ਤੀਰਥ ਮਲ ਨਾਓ। ਅੰਦਰ ਦੀ ਮੈਲ ਧੋਤੀ ਜਾਏਗੀ, ਅੰਦਰ ਦੀ ਮੈਲ ਧੋਤੀ ਜਾਏਗੀ ਤੇ ਕੀ ਫਲ ਮਿਲੇਗਾ? ਜਿੰਨਾ ਕਿਸੇ ਤੀਰਥ ਸਥਾਨ ਤੇ ਗਿਆ, ਉਹ ਗੰਗਾ, ਉਹ ਗਿਆ, ਹੋਰ ਜਿਹੜੇ ਤੀਰਥ ਸਥਾਨ ਨੇ, ਉੱਥੇ ਜਾ ਕੇ ਜਿਹੜਾ ਇਸ਼ਨਾਨ ਕਰਨ ਦਾ ਫਲ ਮਿਲਣਾ, ਉਹ ਸਾਨੂੰ ਮਿਲ ਗਿਆ। ਕੀ ਕਰਨਾ ਹੀ ਗੰਗਾ ਜਾ ਕੇ ਬੁੱਲਿਆ, ਘਰ ਬਹਿ ਕੇ ਹੁੱਕਾ ਪੀ, ਘਰ ਬੈਠੇ ਮਿਲ ਸਕਦਾ। ਇੰਨਾ ਫਾਇਦਾ ਹੈ। ਅੰਤਰ ਦੀ ਗਤੀ, ਤਰੱਕੀ ਹੋਈ, ਬਾਹਰਲੀ ਨਹੀਂ। ਤੇ ਅਸੀਂ ਤੇ ਬਾਹਰਲੀ ਤਰੱਕੀ ਦੀ ਗੱਲ ਕਰਦੇ ਹਾਂ। ਮੇਰੇ ਕੋਲ ਫਲਾਣਾ ਇੰਨਾ ਵਧੀਆ ਘਰ ਹੈ, ਇੰਨਾ ਵਧੀਆ ਕਾਰੋਬਾਰ ਹੈ, ਮੈਨੂੰ ਜੀਵਾਂ ਨਾਲ ਬੋਲਣ ਦੀ ਤਮੀਜ਼ ਨਹੀਂ, ਮੈਂ ਜੀਵਾਂ ਨੂੰ ਕੁਛ ਸਮਝਦਾ ਨਹੀਂ, ਪਰ ਮੇਰੀ ਤਰੱਕੀ ਹੈ। ਔਰ ਉਹੀ ਜੋ ਬਾਹਰ ਮੁਖੀ ਨੇ, ਉਹੀ ਤਰੱਕੀ ਨੂੰ ਦੇਖ ਕੇ ਉਹਨੂੰ ਸਲਾਮਾਂ ਕਰਦੇ ਨੇ। ਪਰ ਕਿਤੇ ਨਾ ਕਿਤੇ ਉਸ ਰਾਜਾ ਜਨਕ ਵਰਗਿਆਂ ਨੂੰ, ਉਹਨਾਂ ਨੂੰ ਵੀ ਕਿਸੇ ਦੇ ਸਮਕਸ਼ ਝੁਕਣਾ ਪਿਆ। ਉਹਨਾਂ ਤੋਂ ਸਬਕ ਲੈ ਕੇ ਦੁਨੀਆ ਦੇ ਵਿੱਚ, ਇਸੇ ਕਰਕੇ ਤੇ ਰਾਜਾ ਜਨਕ ਦਾ ਜਿੱਥੇ ਨਾਂ ਹੈ, ਹੋਰ ਰਾਜਿਆਂ ਦਾ ਨਹੀਂ ਆਉਂਦਾ। ਆਪਣੇ ਆਪ 'ਚ ਦਸ਼ਰਥ ਵੀ ਕੋਈ ਘੱਟ ਤਾਕਤਵਰ ਜਾਂ ਘੱਟ ਨਹੀਂ ਸੀਗੇ ਰਾਜਾ। ਪਰ ਜਦੋਂ ਆਪਸ 'ਚ ਦੋਨਾਂ ਨੂੰ ਸਮਕਸ਼ ਖੜਾ ਕੀਤਾ ਜਾਏ, ਚਾਹੇ ਕੁੜਮ ਸੀਗੇ, ਪਰ ਰਾਜਾ ਜਨਕ ਦਾ ਨਾਂ ਕਿਤੇ ਨਾ ਕਿਤੇ ਉਚਾਈ ਤੇ ਆਉਂਦਾ। ਚਾਹੇ ਉਹ ਦੁਨਿਆਵੀ ਤੌਰ ਤੇ, ਜਿਹਨਾਂ ਨੂੰ ਅਸੀਂ ਰਾਮਚੰਦਰ ਮਹਾਰਾਜ ਜੀ ਕਹਿੰਦੇ, ਉਹਨਾਂ ਦੇ ਪਿਤਾ ਸੀਗੇ, ਤ੍ਰੇਤੇ ਦੇ ਮਾਲਕ ਕਿਹਾ ਜਾਂਦਾ ਉਹਨਾਂ ਨੂੰ, ਉਹਨਾਂ ਦੇ ਪਿਤਾ ਸੀਗੇ। ਉਸ ਤੋਂ ਬਾਵਜੂਦ ਆਪਣੇ ਕਰਮਾਂ ਦੇ ਹਿਸਾਬ ਨਾਲ ਜਿੱਥੇ ਰਾਜਾ ਜਨਕ ਖੜੇ ਹੁੰਦੇ ਨੇ, ਉੱਥੇ ਕੌਣ ਖੜਾ ਹੁੰਦਾ ਰਾਜਿਆਂ ਦੇ ਵਿੱਚ? ਮੈਂ ਨੀਵਾਂ, ਮੇਰਾ ਮੁਰਸ਼ਦ ਹੀ ਉੱਚਾ। ਇਹ ਉਹ ਕਹੇਗਾ ਜਿਹੜਾ ਆਪਣੇ ਅੰਦਰੋਂ ਹਉਮੈ ਮਾਰ ਚੁੱਕਾ, ਨੀਵਾਨ ਵੱਲ ਚਲਾ ਗਿਆ। ਤੇ ਫਿਰ ਸਿਰਫ ਮੁਰਸ਼ਦ ਦੀ ਉਚਾਈ ਦੀ ਗੱਲ ਨਾ ਕਰੇ, ਮੁਰਸ਼ਦ ਨਾ ਕਰੇ, ਭਾਈ ਕਨ੍ਹੱਈਆ ਜੀ ਦੀ ਤਰ੍ਹਾਂ ਉਸ ਮੁਰਸ਼ਦ ਨੂੰ ਹਰ ਜੀਵ ਦੇ ਵਿੱਚ ਦੇਖੇ। ਧਾਰਮਿਕ ਨਾ ਰਵੇ, ਮੈਂ ਫਲਾਣੇ ਧਰਮ ਤੋਂ ਹਾਂ, ਮੈਂ ਫਲਾਣੇ
ਮਿਸ਼ਨ ਤੋਂ ਹਾਂ ਨਹੀਂ। ਮੂਲ ਤਾਂ ਸਮਝੇ ਹੀ ਨਹੀਂ ਅਸੀਂ। ਅਸੀਂ ਅਧਿਆਤਮਿਕ ਕਿੱਦਾਂ ਹੋਏ, ਧਾਰਮਿਕ ਕਿੱਦਾਂ ਹੋਏ, ਜਦੋਂ ਦੂਜੇ ਧਰਮ ਦੇ, ਦੂਜੀ ਜਾਤ ਦੇ ਹੋਰ ਜੀਵ ਦਿਖਦੇ ਸਾਰ ਸਾਡੇ ਅੰਦਰੋਂ ਘ੍ਰਿਣਾ, ਨਫ਼ਰਤ, ਬਦਦੁਆਵਾਂ, ਈਰਖਾ, ਇਹ ਸਭ ਨਿਕਲਦਾ। ਤੇ ਅਸੀਂ ਧਰਮ ਕਿੱਦਾਂ ਹੋਏ, ਧਾਰਮਿਕ ਕਿੱਦਾਂ ਹੋ ਗਏ? ਦਇਆ ਤੇ ਉਤਪੰਨ ਹੋਈ ਨਹੀਂ। ਧੌਲ ਧਰਮ ਦਇਆ ਕਾ ਪੂਤ, ਦਇਆ ਉਤਪੰਨ ਹੋਈ ਨਹੀਂ। ਆਪਣੇ ਆਪ ਨੂੰ ਧਾਰਮਿਕ ਕਹੀ ਜਾ ਰਹੇ, ਤੇ ਇਸ ਕਰਕੇ ਸਾਨੂੰ ਕਿਸੇ ਦੇ ਨਾਲ ਪ੍ਰੇਮ ਨਹੀਂ ਜਾਗਰਤ ਹੁੰਦੀ। ਤੁਰੇ ਹਾਂ ਆਪਣੇ ਜੀਵਨ ਦੇ ਵਿੱਚ ਲੈ ਕੇ। ਕਦੋਂ ਇਸ ਗੱਲ ਦੀ ਗੱਲ ਸਮਝ ਆਏਗੀ ਕਿ ਦੂਜੇ ਜੀਵ ਨੂੰ ਦੇਖ ਕੇ ਨਫ਼ਰਤ ਕਿਉਂ ਉੱਠਦੀ ਹੈ ਸਾਡੇ ਵਿੱਚ? ਕਿਉਂ ਉੱਠਦੀ ਹੈ? ਉਹ ਸੋਹਣਾ ਹੈ, ਉਹ ਪੈਸੇ ਵਾਲਾ ਹੈ, ਉਹ ਜ਼ਿਆਦਾ ਰੱਬ ਦੇ ਕਰੀਬ ਹੈ, ਉਹ ਸਾਡੇ ਤੋਂ ਕਿਸੇ ਚੀਜ਼ 'ਚ ਅੱਗੇ ਹੈ। ਉਹ ਖਤਰਾ ਕਿਹਨੂੰ ਮਹਿਸੂਸ ਹੁੰਦਾ? ਜਿਹੜਾ ਆਪਣੇ ਆਪ 'ਚ ਕਮਜ਼ੋਰ ਹੁੰਦਾ। ਜੋ ਆਪਣੇ ਆਪ 'ਚ ਮਜ਼ਬੂਤ ਖੜਾ ਹੈ, ਉਹਦੇ ਸਮਕਸ਼ ਜੋ ਮਰਜ਼ੀ ਆਈ ਜਾਵੇ, ਉਹ ਆਪਣੀ ਖਾਸੀਅਤ ਦੇ ਵਿੱਚ ਦੁਨੀਆ ਦੇ ਵਿੱਚ ਜ਼ਾਹਰ ਹੋਏਗਾ। ਆਪਾਂ ਹਿੰਦੁਸਤਾਨ ਦੇ ਵਿੱਚ ਦੇਖਦੇ ਹਾਂ ਨਾ, ਕਿਤੇ ਨੂੰ ਵੀ ਦੱਸਿਆ ਜਾਂਦਾ, ਉੱਥੇ ਤਾਜ ਮਹਿਲ ਦੀ ਤਸਵੀਰ ਦੱਸੀ ਜਾਂਦੀ ਹੈ। ਤੇ ਤਾਜ ਮਹਿਲ ਆਪਣੀ ਜਗ੍ਹਾ ਦੁਨੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕਿੰਨੀਆਂ ਕੁ ਇਮਾਰਤਾਂ ਬਣ ਗਈਆਂ, ਉਹ ਤੋਂ ਉੱਚੀਆਂ, ਮਹਿੰਗੀਆਂ। ਪਰ ਉਹ ਦੇਖ ਕੇ ਜੇ ਤਾਜ ਮਹਿਲ ਡਰ ਜਾਵੇ ਤੇ ਉਹਦੀ ਆਪਣੀ ਖਾਸੀਅਤ ਖਤਮ ਹੋ ਗਈ ਨਾ। ਉਹਨੇ ਕਿਉਂ ਡਰਿਆ? ਉਹ ਡਰ ਉਹਨੂੰ ਹੁੰਦਾ ਜੋ ਅੰਦਰੋਂ ਕਮਜ਼ੋਰ ਹੈ। ਭੌ ਉਹਨੂੰ ਹੀ ਹੁੰਦਾ। ਕਿਉਂ ਨਹੀਂ? ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ। ਹੁਣ ਮੈਨੂੰ ਕੌਣ ਆ ਕੇ ਛੇੜ ਸਕਦਾ? ਕਬੀਰ ਸਾਹਿਬ। ਸੁਮੇਰ ਪਰਬਤ ਨਾ, ਵਨ ਆਫ ਦਾ ਕਹਿੰਦੇ ਮੈਂ ਤੇਰੀ, ਤੂੰ ਉਹ ਹੈ ਮੇਰੇ ਲਈ। ਮੈਂ ਤੇਰੀ ਓਟ ਲੈ ਲਈ, ਮੈਂ ਤੇਰੇ ਪ੍ਰੋਟੈਕਸ਼ਨ 'ਚ ਆ ਗਿਆ। ਹੁਣ ਮੈਨੂੰ ਕਿਤੋਂ ਫਿਕਰ? ਤੇ ਪ੍ਰੋਟੈਕਸ਼ਨ ਕੌਣ ਲਏਗਾ? ਜਿਹੜਾ ਕਿਸੇ ਦੇ ਅੱਗੇ ਸਮਕਸ਼ ਖੜਾ ਹੋਏਗਾ, ਜਾਣੇਗਾ ਕਿ ਮੈਂ ਨਹੀਂ, ਕਿਛੂ ਹੋ ਨਹੀਂ, ਕਿਛੂ ਆਹੇ ਨਾ ਮੋਰਾ। ਮੈਂ ਕੌਣ ਹਾਂ? ਨਹੀਂ, ਇਹ ਦਾਤਾ ਤੂੰ ਹੈ, ਕਿਰਪਾ ਰੱਖ। ਇਸੇ ਤਰੀਕੇ ਦੀ ਕਿਰਪਾ ਬਣਾਈ ਰੱਖ। ਪਿਛਲੇ ਅਵਗੁਣ ਬਖਸ਼ ਲੈ, ਤੇ ਇਹ ਜਨਮ ਤੁਮਾਰੇ ਲੇਖੇ ਲਾ। ਸਵੱਲਾ ਕਾਰੇ ਜੀਵਨ, ਪਿਛਲੇ ਅਵਗੁਣ ਬਖਸ਼ ਲੈ। ਹਾਂ, ਭੁੱਲਾਂ ਹੋਈਆਂ, ਗਲਤੀਆਂ ਹੋਈਆਂ, ਬਖਸ਼ ਲੈ ਨਾ। ਕਿਉਂ ਮਨ ਦੇ ਵਿੱਚ ਲਾ ਕੇ ਰੱਖੀਆਂ ਗੱਲਾਂ? ਸੁਤੇ ਅਪਰਾਧ ਕਰਤ ਹੈ ਜੇਤੇ। ਸੰਤਾਨ ਹਾਂ ਨਾ, ਤੇਰੀ ਸੰਤਾਨ ਹੈਗੀਆਂ, ਗਲਤੀਆਂ ਹੁੰਦੀਆਂ। ਹਾਂ, ਨਹੀਂ ਆਉਂਦਾ ਜੀਣਾ। ਜੀਵਨ ਜਾਂਚ ਨਹੀਂ ਹੈ, ਮਦਦ ਕਰਨਾ। ਓਟ ਗਈ ਮੈਂ ਤੇਰੀ, ਤੇਰੀ ਓਟ ਦੇ ਵਿੱਚ ਹਾਂ, ਸ਼ਰਨ ਦੇ ਵਿੱਚ ਹਾਂ, ਬਖਸ਼ ਲੈ। ਹੁਣ ਇਸ ਤਰ੍ਹਾਂ ਕਰ, ਆਪਣੀ ਉਂਗਲ ਨਾ ਫੜਾ, ਤੂੰ ਮੇਰੀ ਬਾਂਹ ਫੜ ਲੈ। ਘੁੱਟ ਕੇ ਫੜੀ, ਦੇਖ ਮਿੰਨਤ ਹੈ ਬਸ, ਹੁਣ ਨਾਲ ਲੈ ਚੱਲ। ਮੈਂ ਤੇਰੀ ਉਂਗਲੀ ਨਹੀਂ ਫੜ ਸਕਦਾ, ਕਾਰਨ ਫਿਰ ਉਹੀ ਕਾਲ ਹੈ, ਉਹੀ ਗਲਤੀਆਂ ਮੇਰੇ ਅਵਗੁਣ ਨੇ। ਮੈਂ ਨਹੀਂ ਚੱਲ ਸਕਾਂਗਾ। ਕਿਰਪਾ ਕਰ, ਹੁਣ ਤੂੰ ਮੇਰੀ ਬਾਂਹ ਫੜ ਲੈ, ਔਰ ਘੁੱਟ ਕੇ ਫੜ ਲੈ। ਜਾਂ ਉਸ ਹੱਥਕੜੀ ਦੀ ਤਰ੍ਹਾਂ, ਜਿਵੇਂ ਇੱਕ ਪੁਲਿਸ ਦਾ ਸਿਪਾਹੀ ਕਿਸੇ ਮੁਜਰਿਮ ਨੂੰ ਜਦੋਂ ਫੜਦਾ ਹੈ ਤਾਂ ਇੱਕ ਹੱਥਕੜੀ ਆਪਣੇ ਹੱਥ 'ਚ ਬੰਨੀ ਹੁੰਦੀ, ਇੱਕ ਨਾਲ ਦੇ। ਅਸੀਂ ਤੇਰੇ ਗੁਨੇਗਾਰ ਹਾਂ,
ਮੁਜਰਿਮ ਹਾਂ। ਤੂੰ ਸਾਡਾ ਸਿਪਾਹੀ ਹੈ। ਆ ਲੈ, ਇਸ ਹੱਥ ਨੂੰ ਕੜੀ ਲਗਾ ਆਪਣੇ ਹੱਥ ਦੇ ਨਾਲ, ਲੈ ਚੱਲ। ਥਾਣੇ ਲਿਜਾ ਕੇ ਵੀ, ਜੇਲ੍ਹ 'ਚ ਲਿਜਾ ਕੇ ਵੀ ਸਾਡੇ ਕਰਮਾਂ ਦਾ ਭੁਗਤਾਨ ਕਰਵਾ ਕੇ ਸਾਨੂੰ ਰਿਣ ਮੁਕਤ ਕਰਵਾਏਗਾ। ਲੈ ਚੱਲ। ਪਰ ਅਵਸਥਾ ਆਉਣੀ ਚਾਹੀਦੀ ਹੈ। ਤੇ ਜਦੋਂ ਮਾਂ ਜਿਹਨੇ ਜਨਮ ਦਿੱਤਾ ਉਹ ਅਵਗੁਣਾਂ ਨੂੰ ਵਿਸਾਰ ਕੇ ਜਦੋਂ ਗੱਲ ਆ ਸਕਦੀ ਹੈ, ਤੂੰ ਤੇ ਫੇਰ ਰੱਬ ਹੈ, ਤੂੰ ਤੇ ਫੇਰ ਰੱਬ ਹੈ। ਕੋਈ ਅਕਾਲ ਪੁਰਖ ਕਹਿੰਦਾ, ਕੋਈ ਮਾਂ ਸ਼ਕਤੀ ਕਹਿੰਦਾ, ਜਗਤ ਜਨਨੀ ਕਹਿੰਦਾ। ਹਰ ਜੀਵ ਨੇ ਆਪਣੇ ਆਪਣੇ ਤਰੀਕੇ ਨਾਲ, ਜਿੱਥੇ ਵੀ ਯਕੀਨ ਬਣਦਾ ਉਹਨੂੰ ਸਮਕਸ਼ ਖੜਾ ਕਰਕੇ ਸਵਾਲ ਕਰੀਏ ਕਿ ਜਾਣਦਾ ਤੂੰ ਹਾਂ ਮੇਰੇ ਵਿੱਚ ਗਲਤੀਆਂ ਨੇ, ਅਵਗੁਣ ਨੇ, ਮੈਂ ਨਹੀਂ ਭੱਜ ਰਿਹਾ, ਪਰ ਤੂੰ ਮਦਦ ਵੀ ਤੇ ਕਰ, ਮਦਦ ਵੀ ਤੇ ਕਰ। ਕਦ ਤੱਕ? ਕੀ ਤੂੰ ਮਾਫ ਨਹੀਂ ਕੀਤਾ? ਫਿਰ ਤੂੰ ਮਾਂ ਕਿਹੋ ਜਿਹਾ? ਜਨਮ ਦਿੱਤਾ ਨਾ, ਤੇ ਹੁਣ ਸੰਭਾਲੇਗਾ ਨਹੀਂ? ਸੰਭਾਲੇਗਾ ਨਹੀਂ? ਭੀਤਰ ਤੋਂ ਵਿਸਾਰ ਦੇ, ਪਿਛਲੇ ਅਵਗੁਣ ਬਖਸ਼ ਲੈ, ਆਪਣੀ ਕਿਰਪਾ ਧਾਰ। ਐ ਦਾਤਾ, ਤੂੰ ਦੇਵਨ ਕਾਰਨ ਦਾਤਾ ਹੈ, ਮੈਂ ਮੰਗਣ ਕਾਰਨ ਮੰਗਤਾ ਹਾਂ। ਮੈਂ ਤੇਤੋਂ ਦੁਨਿਆਵੀ ਸੁੱਖ ਸੁਵਿਧਾ ਨਹੀਂ ਮੰਗਦਾ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ। ਨਾ ਮੈਨੂੰ ਰਾਜ ਪਾਟ ਚਾਹੀਦਾ, ਨਾ ਮੁਕਤੀ ਵੀ ਨਹੀਂ ਚਾਹੀਦੀ। ਨਾ 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 ਨਾ, ਐਸੀ ਕਿਰਪਾ ਕਰ, ਦਇਆ ਕਰ ਕਿ ਇਸ ਜੀਵਨ ਦੇ ਵਿੱਚ ਜੋ ਗਲਤੀਆਂ ਨੇ, ਕਮੀਆਂ ਲੈ ਕੇ, ਪਿਛਲੇ ਜਨਮਾਂ ਦੇ ਅਵਗੁਣਾਂ ਨੂੰ ਲੈ ਕੇ ਤੁਰਿਆ ਹਾਂ, ਇਸ ਜੀਵਨ ਦੇ ਵਿੱਚ ਵੀ ਜੋ ਅਵਗੁਣ, ਗਲਤੀਆਂ, ਕਮੀਆਂ, ਮਦਦ ਕਰ। ਮੈਂ ਤੇਰੇ ਤੋਂ ਮਦਦ ਮੰਗ ਰਿਹਾ ਹਾਂ। ਮੇਰੇ ਤੋਂ ਕੱਲੀਆਂ ਇਹ ਚੀਜ਼ਾਂ ਤੋਂ ਨਹੀਂ ਉਭਰਿਆ ਜਾ ਰਿਹਾ। ਬਾਂਹ ਫੜ ਲੈ, ਉਭਾਰ ਲੈ, ਔਰ ਮਨ ਦਿੱਤਾ। ਇਹ ਮਨ ਵੀ ਮੇਰੇ ਤੋਂ ਨਹੀਂ ਜਿੱਤਿਆ ਜਾ ਰਿਹਾ। ਆ ਮਨ ਤੈਨੂੰ ਦਿੱਤਾ, ਜਿਉਂ ਰੱਖੈਂ ਤਿਉਂ ਰਹੀਏ। ਤੇ ਇੰਨੀ ਕਿਰਪਾ ਕਰ, ਅਖੀਰਲੇ ਦਮ ਤੱਕ ਜੋ ਵੀ ਹੋਵੇ ਤੇਰੀ ਸ਼ਰਨ ਦੇ ਵਿੱਚ, ਤੇਰੇ ਸੰਗ ਦੇ ਵਿੱਚ, ਅਖੀਰਲੇ ਦਮ ਤੱਕ ਇਹੀ ਆਵਾਜ਼ ਨਿਕਲੇ, ਤੇਰਾ ਭਾਣਾ ਮਿੱਠਾ ਲੱਗੇ। ਤੇ ਕੀ ਜੀਵਨ ਦੇ ਵਿੱਚ ਆਪਣੀ ਕਿਰਪਾ ਨਾਲ ਉਹ ਨਾਮ ਪਦਾਰਥ ਨਾਨਕ ਮੰਗੇ। ਤੂੰ ਮੈਨੂੰ ਉਹ ਨਾਮ ਸਿਮਰਨ ਦੀ ਦਾਤ ਦੇ ਦੇ, ਮੈਂ ਸਿਮਰਾਂ ਤੈਨੂੰ ਹੀ, ਸਵਾਸ ਸਵਾਸ ਸਿਮਰੋ ਗੋਬਿੰਦ। ਉਹ ਕਿਰਪਾ ਕਰ ਦੇ, ਹੋਰ ਕਰੀਬ ਆ, ਆਪਣੀ ਸ਼ਰਨ 'ਚ ਲੈ ਲੈ। ਅੰਗ ਸੰਗ, ਅੰਗ ਵੀ ਦੇ ਤੇ ਸੰਗ ਵੀ ਦੇ। ਅੰਗ ਸੰਗ ਸਹਾਈ ਰਹਿ, ਇਸ ਕਰਕੇ ਕਿਹਾ ਜਾਂਦਾ ਅੰਗ ਸੰਗ ਸਹਾਈ ਰਹੋ। ਸੋ ਉਹੀ ਗੱਲ ਆਉਂਦੀ ਹੈ ਕਿ ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਦੇਤੇ। ਤੇ ਦਾਤਾ ਕਿਰਪਾ ਕਰ, ਇਹੋ ਜਿਹੀ ਕਿਰਪਾ ਕਰ ਕਿ ਜੀਵਨ ਦੇ ਵਿੱਚ ਇਹ ਮਨੁੱਖੀ ਜਾਮਾ ਤੇਰੀ ਓਟ ਛਤਰ ਛਾਇਆ ਦੇ ਵਿੱਚ ਸੁਖਮੈ ਗੁਜ਼ਾਰ ਸਕੀਏ, ਉਸ ਸੱਚਾਈ ਤੱਕ ਪਹੁੰਚ ਸਕੀਏ, ਔਰ ਜੀਵਨ ਦਾ ਜੋ ਸੱਚ ਦਾ ਆਨੰਦ ਹੈ, ਮਹਾ ਆਨੰਦ, ਉਹ ਪਰਮ ਆਨੰਦ, ਮਨੁੱਖੀ ਜਾਮੇ ਦੀ ਸੰਪੂਰਨਤਾ, ਮਨੁੱਖੀ ਜਾਮੇ ਦੀ ਸੱਚਾਈ, ਤੇ ਇਹ ਜਿਹੜੀ ਪ੍ਰਕਿਰਤੀ ਦੇ ਵਿੱਚ ਘ੍ਰਿਣਾ, ਇਹ ਆਲੇ ਦੁਆਲੇ, ਇਹ ਜੋ ਨਰਕ ਵਧੀ ਜਾ ਰਿਹਾ ਹੈ, ਦਾਤਾ ਕਿਰਪਾ ਕਰ, ਸਾਡੀ ਮਦਦ ਕਰ, ਤਾਂ ਜੋ ਚਾਹੇ ਬਹੁਤਾ ਨਹੀਂ, ਥੋੜਾ ਬਹੁਤ ਹੀ ਸਵਰਗ ਬਣਾ ਸਕੀਏ। ਉਸ ਕਾਲ ਨਾਲ ਲੜਨ ਦੀ ਸ਼ਮਤਾ ਦੇ, ਕਰੇ ਕਰਾਵੇ ਆਪੇ ਆਪ, ਕਰੇਗਾ ਤੂੰ ਹੀ, ਪਰ ਕਿਰਪਾ ਕਰ ਦਾਤਾ।
ਤਾਂ ਜੋ ਉਹ ਜੋ ਸਵਰਗ, ਉਹ ਜੋ ਸੁਖਮय, ਉਹ ਜੋ ਇੱਕ ਸੱਚਾਈ ਵਾਲਾ ਜੀਵਨ ਸੀ, ਜੋ ਅਸੀਂ ਖੁੰਝ ਚੁੱਕੇ ਹਾਂ, ਨਿਖਰ ਚੁੱਕੇ ਹਾਂ, ਉਹ ਸਾਰਿਆਂ ਨੂੰ ਸੁਮੱਤਿਆ ਬਖਸ਼ ਔਰ ਸੱਚਾਈ ਵੱਲ ਲੈ ਚੱਲ, ਔਰ ਸੰਗ ਰਹਿ ਕੇ ਅੰਗ ਸੰਗ ਸਹਾਇ।